ਕਿਸ਼ਤ 181ਵੀਂ। ਮੈਂ ਵਕੀਲ ਦੀਆਂ ਸਾਰੀਆਂ ਗੱਲਾਂ ਸਮਝ ਰਿਹਾ ਸਾਂ ਅਤੇ ਉਸ ਦੀ ਸੁਰ ਨਾਲ ਸੁਰ ਮਿਲਾਉਣ ਕਰਕੇ ਉਹ ਹੋਰ ਵੀ ਜ਼ਿਆਦਾ ਜੋਸ਼ ਵਿੱਚ ਆ ਗਿਆ। ਆਪਣੀਆਂ ਗੱਲਾਂ ਵਿੱਚ ਉਸ ਨੇ ਪ੍ਰਸ਼ਾਸਨ ਦੇ ਕੰਮ ਕਾਜ ਦੀ ਇੰਨੀ ਮਾਂ ਭੈਣ ਇੱਕ ਕੀਤੀ ਕਿ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਸ ਨਿਜ਼ਾਮ ਵਿੱਚ ਮੇਰੇ 'ਤੇ ਪਏ ਹੋਏ ਕੇਸ ਦਾ ਹੱਲ ਅਜੇ ਛੇਤੀ ਸੰਭਵ ਨਹੀਂ ਹੈ ਅਤੇ ਮੈਨੂੰ ਇੱਕ ਲੰਬੀ ਲੜਾਈ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਗੁੱਸੇ ਦਾ ਮਾਰਾ 2-4 ਕਰਾਰੀਆਂ ਗਾਲਾਂ ਵੀ ਪ੍ਰਸ਼ਾਸਨ ਨੂੰ ਕੱਢ ਗਿਆ ਸੀ। ਅਗਲੇ ਦਿਨ ਜਦ ਮੈਂ ਅਖਬਾਰਾਂ 'ਤੇ ਸਰਸਰੀ ਜਿਹੀ ਨਿਗਾਹ ਮਾਰੀ ਤਾਂ ਮੈਨੂੰ ਇੱਕ ਖਬਰ ਪੜ੍ਹਨ ਨੂੰ ਮਿਲੀ। ਮਾਨਸਿਕ ਤੌਰ 'ਤੇ ਰੋਗੀ ਪਰਿਵਾਰ ਦਾ ਮੁਖੀਆ ਸ਼ੱਕ ਦੇ ਘੇਰੇ ਵਿੱਚ। ਪੂਰੀ ਖਬਰ ਪੜ੍ਹਦੇ ਸਾਰ ਹੀ ਮੈਂ ਸਮਝ ਗਿਆ ਕਿ ਹੁਣ ਸਰਕਾਰੀ ਅਧਿਕਾਰੀ ਆਪਣੀ ਨਾਕਾਮੀ ਛੁਪਾਉਣ ਲਈ ਉਸ ਵਿਚਾਰੇ ਭਗਤ ਜਿਹੇ ਬੰਦੇ ਨੂੰ ਹੀ ਉਲਝਾਉਣ ਨੂੰ ਫਿਰਦੇ ਹਨ। ਜੇਕਰ ਮੈਂ ਸਰਕਾਰ ਦੇ ਪ੍ਰਬੰਧਕੀ ਕਰਮਚਾਰੀਆਂ ਦਾ ਅਸਲੀ ਰੂਪ ਨਾ ਵੇਖਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਆਮ ਲੋਕਾਂ ਦੇ ਵਾਂਗ ਹੀ ਸੋਚਣ ਲੱਗ ਪੈਣਾ ਸੀ, ਪਰ ਮੈਂ ਪ੍ਰਸ਼ਾਸਨ ਦਾ ਅਸਲੀ ਰੂਪ ਵੇਖ ਚੁੱਕਾ ਸਾਂ। ਇਸ ਲਈ ਮੈਂ ਪਹਿਲੀ ਨਜ਼ਰੇ ਹੀ ਜਾਣ ਗਿਆ ਸਾਂ ਕਿ ਇਹ ਖਬਰ ਸੰਬੰਧਿਤ ਅਧਿਕਾਰੀਆਂ ਦੁਆਰਾ ਜੁਝਾਰ ਸਿੰਘ ਤੇ ਉਸ ਦੇ ਪਰਿਵਾਰ ਦੀ ਅਸਲ ਸੱਚਾਈ ਨੂੰ ਲੋਕਾਂ ਦੇ ਮਨਾਂ ਵਿੱਚ ਸ਼ੱਕੀ ਬਣਾਉਣ ਲਈ ਹੀ ਲਗਵਾਈ ਗਈ ਹੈ। ਕਈ ਦਿਨਾਂ ਬਾਅਦ ਮੈਂ ਅਖਬਾਰ ਵਿੱਚ ਇੱਕ ਖਬਰ ਪੜ੍ਹੀ ਕਿ ਉਸ ਪਰਿਵਾਰ ਦਾ ਮੁਖੀਆ ਦਵਾਈ ਲੈਣ ਗਿਆ ਸੜਕ ਹਾਦਸੇ 'ਚ ਮਾਰਿਆ ਗਿਆ ਹੈ। ਜਿਸ ਬੰਦੇ ਦੇ ਦੁੱਖ ਮੈਂ ਇੰਨੇ ਨੇੜੇ ਹੋ ਕੇ ਜਾਣੇ ਤੇ ਸੁਣੇ ਸਨ, ਉਸ ਦਾ ਇਸ ਦੁਨੀਆ ਤੋਂ ਚਲੇ ਜਾਣਾ ਮੇਰੇ ਲਈ ਇੱਕ ਅਸਹਿ ਸਦਮਾ ਸੀ। ਪਤਾ ਨਹੀਂ ਇਹ ਸੱਚਾਈ ਸੀ ਜਾਂ ਫਿਰ ਮੇਰੇ ਮਨ ਦਾ ਵਹਿਮ ਕਿ ਉਸ ਬੰਦੇ ਨੂੰ ਕਿਸੇ ਸਾਜ਼ਿਸ਼ ਅਧੀਨ ਹੀ ਮਾਰਿਆ ਗਿਆ ਸੀ। ਸ਼ਾਇਦ ਲੋਕਾਂ ਤੋਂ ਉਲਟ ਇਸ ਸਰਕਾਰੀ ਧਿਰ ਦੇ ਸਿਰ 'ਤੇ ਇੱਕ ਨਵਾਂ ਖਤਰਾ ਮੰਡਰਾ ਰਿਹਾ ਸੀ ਕਿ ਉਹਨਾਂ ਦੇ ਪਾਜ ਹੁਣ ਖੁੱਲ੍ਹਣ ਹੀ ਵਾਲੇ ਹਨ। ਇਸ ਤੋਂ ਪਹਿਲਾਂ ਵੀ ਖਬਰੇ ਕਿੰਨੇ ਸੱਚੇ ਬੰਦਿਆਂ ਨੂੰ ਇੰਝ ਹੀ ਇਹਨਾਂ ਅਣਪਛਾਤੇ ਵਾਹਨਾਂ ਨਾਲ ਸੜਕਾਂ ਉੱਤੇ ਬੇਮੌਤੇ ਮਾਰਿਆ ਜਾ ਚੁੱਕਾ ਹੈ। ਮੈਂ ਕਈ ਦਿਨ ਉਸ ਬੰਦੇ ਨੂੰ ਕੁਚਲ ਜਾਣ ਵਾਲੇ ਵਾਹਨ ਚਾਲਕ ਦੇ ਫੜੇ ਜਾਣ ਦੀ ਉਮੀਦ ਵਿੱਚ ਅਖਬਾਰ ਫਰੋਲਦਾ ਰਿਹਾ, ਪਰ ਮੈਨੂੰ ਉਹ ਖਬਰ ਪੜ੍ਹਨ ਨੂੰ ਨਹੀਂ ਮਿਲੀ ਸੀ। ਕਿਸ਼ਤ 182ਵੀਂ। ਮਨੁੱਖੀ ਅਧਿਕਾਰ ਕਮਿਸ਼ਨ ਦੀ ਤਾਰੀਖ ਆਉਣ ਵਿੱਚ 2 ਦਿਨ ਰਹਿ ਗਏ ਸਨ, ਪਰ ਅਜੇ ਤੀਕ ਸਰਪੰਚ ਦਾ ਕੋਈ ਸੁਨੇਹਾ ਨਹੀਂ ਆਇਆ ਸੀ। ਮੈਂ ਦੁਚਿੱਤੀ ਵਿੱਚ ਪਿਆ ਹੋਇਆ ਸਾਂ ਕਿ ਆਪਣੇ ਇਕੱਠੇ ਕੀਤੇ ਹੋਏ ਸਬੂਤਾਂ ਨੂੰ ਕਮਿਸ਼ਨ ਦੇ ਅੱਗੇ ਪੇਸ਼ ਕਰ ਦੇਵਾਂ ਕਿ ਨਾ। ਸਬੂਤਾਂ ਦੇ ਇੱਕ ਨਿਰਪੱਖ ਏਜੰਸੀ ਕੋਲ ਜਾਣ ਦਾ ਅਰਥ ਸੀ ਕਿ ਮੈਂ ਚਾਹ ਕੇ ਵੀ ਆਪਣੀ ਸ਼ਿਕਾਇਤ ਵਾਪਸ ਨਹੀਂ ਲੈ ਸਕਣੀ ਸੀ ਤੇ ਪੁਲਿਸ ਵਾਲਿਆਂ 'ਤੇ ਕੇਸ ਦਰਜ ਹੋ ਜਾਣਾ ਸੀ। ਇਹਨਾਂ ਨੂੰ ਕਮਿਸ਼ਨ ਅੱਗੇ ਪੇਸ਼ ਨਾ ਕਰਨ ਦਾ ਮਤਲਬ ਇਹ ਨਿਕਲਣਾ ਸੀ ਕਿ ਮੈਂ ਜਾਣ ਬੁੱਝ ਕੇ ਹੀ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਲਈ ਹੀ ਮੈਂ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋ ਰਿਹਾ ਹਾਂ। ਆਪਣੀ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਮੈਂ ਆਪਣੇ ਵਕੀਲ ਕੋਲ ਗਿਆ ਅਤੇ ਇਸ ਮਸਲੇ ਵਿੱਚ ਉਸ ਦੀ ਸਲਾਹ ਮੰਗੀ। ਉਸ ਦਾ ਆਖਣਾ ਸੀ ਕਿ ਮੈਨੂੰ ਜ਼ਰੂਰ ਹੀ ਆਪਣਾ ਪੱਖ ਅਤੇ ਸਬੂਤ ਕਮਿਸ਼ਨ ਦੇ ਅੱਗੇ ਰੱਖਣੇ ਚਾਹੀਦੇ ਹਨ। ਉਸ ਦੀਆਂ ਗੱਲਾਂ ਤੋਂ ਤਾਂ ਇਹ ਸਪਸ਼ਟ ਸੀ ਕਿ ਉਸ ਨੂੰ ਕਮਿਸ਼ਨ ਕੋਲੋਂ ਪੁਲਿਸ ਵਿਰੁੱਧ ਕਿਸੇ ਕਾਰਵਾਈ ਦਾ ਆਦੇਸ਼ ਕਰ ਦੇਣ ਦੀ ਉਮੀਦ ਤਾਂ ਬੜੀ ਘੱਟ ਹੁੰਦੀ ਹੈ, ਪਰ ਮੇਰੇ ਕੋਲ ਸਬੂਤਾਂ ਕਾਰਨ ਇਹ ਮੁਕੱਦਮਾ ਬੜਾ ਹੀ ਮਜ਼ਬੂਤ ਹੈ। ਇਸ ਲਈ ਉੱਥੇ ਜਾ ਕੇ ਆਪਣਾ ਪੱਖ ਰੱਖਣਾ ਬਣਦਾ ਹੈ, ਜ਼ਰੂਰੀ ਵੀ ਹੈ। ਇਸ ਨਾਲ ਦੂਜੀ ਧਿਰ 'ਤੇ ਦਬਾਅ ਵੀ ਵਧੇਗਾ। ਉਸ ਨੇ ਮੈਨੂੰ ਕੇਸ ਦੀ ਸੰਖੇਪ ਜਿਹੀ ਰੂਪ ਰੇਖਾ ਵੀ ਤਿਆਰ ਕਰਕੇ ਦੇ ਦਿੱਤੀ ਤਾਂ ਜੋ ਕੇਸ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਘਰ ਆ ਕੇ ਵੀ
ਮੈਂ ਇਸ ਉਲਝਣ ਵਿੱਚ ਹੀ ਫਸਿਆ ਰਿਹਾ। ਅੰਤ ਥੱਕ ਹਾਰ ਕੇ ਮੈਂ ਫਿਰ ਉਸ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਲਿਆ ਅਤੇ ਜਲਦੀ ਮਿਲਣ ਦਾ ਸਮਾਂ ਮੰਗਿਆ। ਉਸ ਦਿਨ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੰਦ ਇੰਨੀ ਜ਼ਿਆਦਾ ਪਈ ਸੀ ਕਿ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਦਿਨ ਛਿਪ ਰਿਹਾ ਹੈ ਜਾਂ ਚੜ੍ਹ ਰਿਹਾ ਹੈ। ਉਸ ਵੱਲੋਂ ਦਿੱਤੇ ਸਮੇਂ ਅਤੇ ਸਥਾਨ 'ਤੇ ਪੁੱਜ ਕੇ ਮੈਂ ਉਸ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ। ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਕੇਸ ਇੰਨੇ ਵੱਡੇ ਪੱਧਰ 'ਤੇ ਵਧਾਇਆ ਜਾਵੇ ਅਤੇ ਕਿਸੇ ਦਾ ਨੁਕਸਾਨ ਕੀਤਾ ਜਾਵੇ। ਕਿਸ਼ਤ 183ਵੀਂ। ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗਾ ਤੇ ਬੋਲਿਆ, ਜਾ ਓਏ ਯਾਰ, ਤੂੰ ਬਹੁਤਾ ਹੀ ਭੋਲਾ ਬੰਦਾ ਹੈ। ਉਹ ਮਨੁੱਖੀ ਅਧਿਕਾਰ ਕਮਿਸ਼ਨ ਨਹੀਂ, ਸਗੋਂ ਬਿਨਾਂ ਦੰਦਾਂ ਵਾਲਾ ਸ਼ੇਰ ਆ। ਪਹਿਲੀ ਗੱਲ ਤਾਂ ਉਹਨੇ ਕੁਝ ਕਰਨਾ ਨਹੀਂ, ਤੇ ਜੇ ਭੁੱਲ ਭੁਲੇਖੇ ਕੋਈ ਹੁਕਮ ਕਰ ਵੀ ਦਿੱਤਾ ਤਾਂ ਉਹ ਸਾਡੇ ਮਹਿਕਮੇ ਨੇ ਮੰਨਣਾ ਹੀ ਨਹੀਂ। ਤੂੰ ਡਰ ਨਾ, ਆਪਣਾ ਕੇਸ ਤਸੱਲੀ ਨਾਲ ਪੇਸ਼ ਕਰਕੇ ਆ। ਮੈਂ ਸਿੱਧਾ ਸਵਾਲ ਕੀਤਾ, ਜਦ ਉਸਨੇ ਕੁਝ ਕਰਨਾ ਹੀ ਨਹੀਂ ਤੇ ਨਾ ਕੁਛ ਉਸ ਤੋਂ ਹੋਣਾ ਤਾਂ ਫਿਰ ਮੈਨੂੰ ਭਕਾਈ ਮਾਰਨ ਦੀ ਕੀ ਲੋੜ ਹੈ? ਉਹ ਆਖਣ ਲੱਗਾ, ਜਦ ਤੂੰ ਸ਼ਿਕਾਇਤ ਪਾ ਚੁੱਕਾ ਹੈ ਤਾਂ ਤੈਨੂੰ ਇਸ ਦੀ ਪੈਰਵਾਈ ਵੀ ਕਰਨੀ ਚਾਹੀਦੀ ਹੈ, ਕਿਉਂਕਿ ਤੇਰਾ ਉੱਥੇ ਨਾ ਜਾਣ ਦਾ ਮਤਲਬ ਉਲਟ ਨਿਕਲ ਸਕਦਾ। ਇਹਨਾਂ ਨੇ ਹਰ ਜਗ੍ਹਾ 'ਤੇ ਕਮਿਸ਼ਨ ਵੱਲੋਂ ਖਾਰਜ ਕੀਤੇ ਕੇਸ ਦੀ ਕਾਪੀ ਲਾ ਕੇ ਬਰੀ ਹੁੰਦੇ ਰਹਿਣਾ। ਜੇ ਤੂੰ ਆਪਣਾ ਪੱਖ ਪੇਸ਼ ਕਰਕੇ ਆਵੇਂਗਾ ਤਾਂ ਘੱਟੋ ਘੱਟ ਇਹਨਾਂ ਉੱਤੇ ਇੱਕ ਤਲਵਾਰ ਤਾਂ ਲਟਕਦੀ ਰਹੇਗੀ ਕਿ ਮੁਕੱਦਮਾ ਕਮਿਸ਼ਨ ਕੋਲ ਹੈ। ਉਸ ਨੇ ਪੂਰਾ ਬਲ ਦੇ ਕੇ ਆਖਿਆ ਸੀ। ਮੈਂ ਆਪਣਾ ਡਰ ਜ਼ਾਹਰ ਕਰਦਿਆਂ ਉਸ ਨੂੰ ਪੁੱਛਿਆ, ਆਪਾਂ ਤਾਂ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ। ਜੇ ਇਹ ਸਬੂਤ ਤੀਜੀ ਧਿਰ ਭਾਵ ਕਮਿਸ਼ਨ ਦੇ ਹੱਥ ਲੱਗ ਗਏ ਤਾਂ ਉਹਨਾਂ ਨੇ ਤਾਂ ਇਹਨਾਂ ਨੂੰ ਫਸਾਉਣ ਲੱਗੇ ਮਿੰਟ ਹੀ ਮਾਰਨਾ। ਮੇਰੀ ਗੱਲ ਸੁਣ ਕੇ ਉਹ ਫਿਰ ਉੱਚੀ ਉੱਚੀ ਹੱਸਣ ਲੱਗਾ ਤੇ ਹੱਸਦਾ ਹੋਇਆ ਹੀ ਆਖਣ ਲੱਗਾ, ਤੂੰ ਕੀ ਸਮਝਦਾ ਕਿ ਉਸ ਜੱਜ ਕੋਲ ਤੇਰਾ ਹੀ ਕੇਸ ਲੱਗਣਾ? ਉਸ ਕੋਲ ਕੋਈ ਹੋਰ ਕੇਸ ਨਹੀਂ। ਉਹਨੇ ਤਾਂ ਜਾਂਦੇ ਸਾਰ ਤੇਰੀ ਲੰਬੀ ਸਾਰੀ ਤਰੀਕ ਪਾ ਦੇਣੀ ਆ ਤੇ ਫਿਰ ਉਸ ਨੂੰ ਤਾਂ ਯਾਦ ਵੀ ਨਹੀਂ ਰਹਿਣਾ ਕਿ ਉਸ ਕੋਲ ਕੋਈ ਅਜਿਹਾ ਕੇਸ ਵੀ ਆਇਆ ਸੀ। ਜੇ ਇੱਧਰ ਤੇਰਾ ਸਮਝੌਤਾ ਹੋ ਗਿਆ ਤਾਂ ਤੂੰ ਕੇਸ ਵਾਪਸੀ ਦੀ ਅਰਜ਼ੀ ਦੇ ਦੇਵੀਂ। ਉਹਨਾਂ ਨੇ ਝੱਟ ਦੇਣੇ ਹੀ ਮਸਲਾ ਹੱਲ ਦਾ ਕਮੈਂਟ ਦੇ ਕੇ ਤੇਰੀ ਫਾਈਲ ਰਿਕਾਰਡ ਰੂਮ ਵਿੱਚ ਭੇਜ ਦੇਣੀ ਆ। ਰਿਕਾਰਡ ਰੂਮ ਦਾ ਮਤਲਬ ਹੈ ਕਬਰ ਵਿੱਚ ਦੱਬ ਦੇਣੀ ਆ। ਫਿਰ ਕਿਹਨੇ ਵੇਖਣੇ ਨੇ ਤੇਰੇ ਸਬੂਤ? ਉਸ ਨੇ ਮੈਨੂੰ ਪੂਰਾ ਹੌਸਲਾ ਦਿੱਤਾ। ਜਦ ਮੈਂ ਉਸ ਤੋਂ ਜਾਣ ਦੀ ਆਗਿਆ ਮੰਗੀ ਤਾਂ ਆਖਣ ਲੱਗਾ, ਅੱਜ ਨਹੀਂ ਜਾਣ ਦੇਣਾ ਤੈਨੂੰ ਸ਼ੈੱਟ ਲਾਈ ਤੋਂ ਬਗੈਰ। ਨਹੀਂ ਨਹੀਂ ਜੀ, ਨਹੀਂ, ਮੈਂ ਪੀਣੀ ਨਹੀਂ, ਮੈਂ ਕੇਸ ਦੀ ਤਿਆਰੀ ਕਰਨੀ ਆ। ਵਾਕਿਆ ਹੀ ਮੈਂ ਪੀਣੀ ਵੀ ਨਹੀਂ ਚਾਹੁੰਦਾ ਸਾਂ। ਉਹ ਹੱਸ ਕੇ ਬੋਲਿਆ, ਕੇਸ ਬੜਾ ਤੂੰ ਸੁਪਰੀਮ ਕੋਰਟ 'ਚ ਭੇਜਣਾ, ਲੰਡੂ ਜਾਂ ਕਮਿਸ਼ਨ ਹੀ ਹੈ। ਨਾਲ ਹੀ ਉਹ ਅਲਮਾਰੀ ਵਿੱਚੋਂ ਬੋਤਲ ਕੱਢ ਲਿਆਇਆ ਸੀ। ਮੈਨੂੰ ਬੈਠ ਜਾਣ ਦਾ ਇਸ਼ਾਰਾ ਕਰਕੇ ਉਹ ਆਪ ਦੂਜੇ ਕਮਰੇ ਵਿੱਚ ਗਿਆ ਤੇ ਉੱਥੋਂ 2 ਗਲਾਸ ਤੇ ਇੱਕ ਭਾਂਡੇ ਵਿੱਚ ਮੀਟ ਪਾ ਕੇ ਲੈ ਆਇਆ। ਕਿਸ਼ਤ 184ਵੀਂ। ਮੈਨੂੰ ਝਿਜਕ ਵੀ ਆ ਰਹੀ ਸੀ ਕਿ ਜਿਸ ਬੰਦੇ ਨੇ ਮੇਰੀ ਇੰਨੀ ਜ਼ਿਆਦਾ ਮਦਦ ਕੀਤੀ ਹੈ ਉਹ ਅੱਜ ਮੇਰੇ ਲਈ ਫਿਰ ਇੰਨਾ ਕੁਝ ਕਰੀ ਜਾ ਰਿਹਾ ਹੈ। ਮੈਂ ਉਸ ਨੂੰ ਆਖਿਆ, ਸਰ, ਇੰਨੀ ਖੇਚਲ ਨਾ ਕਰੋ ਜੀ, ਮੈਂ ਤਾਂ ਜਾਣਾ ਹੀ ਹੈ। ਖੇਚਲ ਨਹੀਂ ਯਾਰ, ਇਹ ਤਾਂ ਮੈਂ ਹਿਸਾਬ ਕਿਤਾਬ ਬਰਾਬਰ ਕਰਨ ਲੱਗਾ। ਉਸ ਨੇ ਗਲਾਸਾਂ ਵਿੱਚ ਦਾਰੂ ਪਾਉਂਦੇ ਹੋਏ ਆਖਿਆ। ਉਸ ਦੇ ਸ਼ਬਦਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਤੇ ਮੇਰੇ ਮੂੰਹੋਂ ਸਹਿ ਸੁਭਾਅ ਹੀ ਨਿਕਲਿਆ, ਕਿਹੜਾ ਹਿਸਾਬ ਕਿਤਾਬ ਸਰ? ਉਹ ਬੋਲਿਆ, ਤੂੰ ਮੈਨੂੰ ਪਿਆਈ ਸੀ ਨਾ ਚੌਂਕ ਵਾਲੇ ਹੋਟਲ ਵਿੱਚ, ਮੈਂ ਤਾਂ ਉਹ ਹਿਸਾਬ ਕਿਤਾਬ ਬਰਾਬਰ ਕਰਨਾ। ਉਹ ਮੇਰੀਆਂ ਅੱਖਾਂ ਵਿੱਚ ਸਿੱਧਾ ਝਾਕਦੇ ਹੋਏ ਬੋਲਿਆ ਸੀ। ਮੈਂ ਆਖਿਆ, ਨਹੀਂ ਸਰ, ਉਹ ਕੋਈ ਕਰਜ਼ਾ ਥੋੜ੍ਹੀ ਸੀ ਜੋ ਮੈਂ ਤੁਹਾਡੇ ਸਿਰ 'ਤੇ ਚੜ੍ਹਾ ਦਿੱਤਾ। ਉਹ ਤਾਂ ਇੱਕ ਤਰ੍ਹਾਂ ਦੀ ਖੁਸ਼ੀ ਸੀ ਕਿ ਤੁਸੀਂ ਮੈਨੂੰ ਕੋਬਰਾ ਸੱਪ ਦੇ ਰਹੇ ਹੋ। ਮੈਂ ਗੱਲ ਨੂੰ ਹਾਸੇ ਵਿੱਚ ਪਾਉਂਦੇ ਹੋਏ ਆਖਿਆ ਸੀ ਤਾਂ ਉਹ ਤੁਰੰਤ ਬੋਲ ਪਿਆ, ਨਹੀਂ ਯਾਰ, ਮੇਰੇ ਮਨ 'ਤੇ ਤਾਂ ਉਸ ਦਿਨ ਦਾ ਇੱਕ ਬੋਝ ਸੀ
ਕਿ ਮੈਂ ਕਿਸੇ ਕੋਲੋਂ ਮੁਫਤ ਦੀ ਦਾਰੂ ਪੀ ਲਈ ਹੈ। ਮੈਂ ਤਾਂ ਆਪਣੇ ਮਨ ਦਾ ਬੋਝ ਹੀ ਉਤਾਰਨ ਲੱਗਾ ਤਾਂ ਕਿ ਸਹੁੰ ਖਾ ਸਕਾਂ ਕਿ ਮੈਂ ਕਿਸੇ ਤੋਂ ਵੀ ਮੁਫਤ ਦੀ ਦਾਰੂ ਨਹੀਂ ਪੀਤੀ, ਅਤੇ ਜੇ ਕਦੇ ਪੀਣੀ ਵੀ ਪੈ ਗਈ ਤਾਂ ਉਸ ਨੂੰ ਓਨੀ ਪਿਆ ਵੀ ਦਿੱਤੀ ਹੈ। ਉਹ ਇੰਨੇ ਦਰਦ ਨਾਲ ਬੋਲਿਆ ਕਿ ਮੈਨੂੰ ਲੱਗਣ ਲੱਗਾ ਕਿ ਮੈਂ ਉਸ ਦਿਨ ਇਸ ਨੂੰ ਦਾਰੂ ਪਿਆ ਕੇ ਇੱਕ ਬਹੁਤ ਵੱਡਾ ਪਾਪ ਕਰ ਲਿਆ ਹੈ। ਮੈਂ ਉਸ ਨੂੰ ਆਖਿਆ, ਨਹੀਂ ਸਰ, ਪਲੀਜ਼ ਇਸ ਤਰ੍ਹਾਂ ਨਾ ਆਖੋ। ਇਸ ਤਰ੍ਹਾਂ ਤਾਂ ਮੈਂ ਇੱਕ ਬੇਹੱਦ ਹੀ ਇਮਾਨਦਾਰ ਬੰਦੇ ਦਾ ਈਮਾਨ ਭੰਗ ਕਰਨ ਵਾਲਾ ਦੋਸ਼ੀ ਸਾਬਤ ਹੁੰਦਾ। ਮੈਂ ਅਫਸੋਸ ਜ਼ਾਹਰ ਕੀਤਾ ਸੀ ਤਾਂ ਉਹ ਫਿਰ ਬੋਲਿਆ, ਯਾਰ ਫਿਕਰ ਨਾ ਕਰ, ਅੱਜ ਮੈਂ ਤੇਰਾ ਪਿਛਲਾ ਹਿਸਾਬ ਕਿਤਾਬ ਨਿਬੇੜਨਾ ਹੀ ਨਹੀਂ, ਸਗੋਂ ਤੇਰੇ 'ਤੇ ਇੱਕ ਕਰਜ਼ਾ ਵੀ ਚਾੜਨਾ, ਉਦੋਂ ਵੱਧ ਪੈਗ ਪਿਆ ਕੇ। ਹੁਣ ਤੂੰ ਸੋਚੇਂਗਾ ਕਿ ਵਾਧੂ ਪੈਗ ਕਿਸ ਲਈ? ਇਹ ਤਾਂ ਕਿ ਜਦ ਤੂੰ ਇਸ ਕੇਸ ਨੂੰ ਜਿੱਤ ਕੇ ਮੈਨੂੰ ਪਾਰਟੀ ਕਰੇ ਤਾਂ ਮੈਂ ਖੁੱਲ੍ਹ ਕੇ ਪੈਗ ਲਾ ਸਕਾਂ ਅਤੇ ਮੇਰੇ ਮਨ 'ਤੇ ਇਹ ਬੋਝ ਨਾ ਰਹੇ ਕਿ ਮੈਂ ਤੇਰੀ ਦਾਰੂ ਪੀ ਰਿਹਾ। ਸਗੋਂ ਮੈਨੂੰ ਇਹ ਹੀ ਲੱਗੇ ਕਿ ਮੈਂ ਆਪਣੀ ਉਧਾਰ ਪਿਆਈ ਦਾਰੂ ਹੀ ਵਾਪਸ ਪੀ ਰਿਹਾ ਹਾਂ। ਉਸ ਨੇ ਇੰਨੇ ਭਾਵੁਕ ਹੁੰਦੇ ਹੋਏ ਆਖਿਆ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਦੁਨੀਆ ਦੇ ਸਭ ਤੋਂ ਗੰਦੇ ਵਿਭਾਗ ਦੇ ਸਭ ਤੋਂ ਚੰਗੇ ਅਤੇ ਨੇਕ ਬੰਦੇ ਦੇ ਪੈਰ ਛੂਹ ਲਵਾਂ ਅਤੇ ਉਹਨਾਂ ਨੂੰ ਵਾਰ-ਵਾਰ ਪ੍ਰਣਾਮ ਕਰਾਂ ਕਿ ਇੰਨੇ ਵੱਡੇ ਗੰਦ ਦੇ ਛਿੱਪੜ ਵਿੱਚ ਵੀ ਇੱਕ ਕਮਲ ਦਾ ਫੁੱਲ ਖਿੜਨ ਦੀ ਸਮਰੱਥਾ ਰੱਖਦਾ ਹੈ। ਅਸੀਂ ਗੱਲਾਂ ਬਾਤਾਂ ਕਰਦਿਆਂ 2-3 ਪੈਗ ਚਾੜ ਲਏ। ਕਦੇ ਮੇਰੇ ਕੇਸ ਦੀਆਂ ਗੱਲਾਂ ਤੁਰ ਪੈਂਦੀਆਂ ਅਤੇ ਕਦੇ ਕਿਸੇ ਹੋਰ ਮਾਮਲੇ ਦੀਆਂ। ਕਿਸ਼ਤ 185ਵੀਂ। ਉਹ ਲਗਾਤਾਰ ਮੈਨੂੰ ਹੌਸਲਾ ਵਧਾਉਣ ਵਾਲੇ ਕੇਸਾਂ ਦੀਆਂ ਉਦਾਹਰਨਾਂ ਦੇਈ ਜਾ ਰਿਹਾ ਸੀ ਅਤੇ ਮੈਂ ਵੀ ਮਾਸ ਦੀ ਬੋਟੀ ਚੂੰਡਦਾ ਇੱਕ ਤੋਂ ਬਾਅਦ ਇੱਕ ਪੈਗ ਚਾੜ੍ਹਦਾ ਹੋਇਆ ਪੂਰੀ ਲੋਰ ਵਿੱਚ ਆ ਚੁੱਕਾ ਸਾਂ। ਦਾਰੂ, ਗੱਲਾਂ ਅਤੇ ਮੁਰਗੇ ਦੇ ਮਾਸ ਨੇ ਮੇਰੇ ਅੰਦਰ ਇੰਨੀ ਗਰਮੀ ਭਰ ਦਿੱਤੀ ਸੀ ਕਿ ਬਾਹਰ ਦੀ ਸਰਦੀ ਅਤੇ ਅੱਤ ਦੀ ਧੁੰਦ ਨੂੰ ਵੀ ਭੁੱਲ ਚੁੱਕਾ ਸਾਂ। ਗੱਲਾਂ ਵਿੱਚ ਉਹ ਮੈਨੂੰ ਕਹਿਣ ਲੱਗਾ, ਯਾਰ ਮੈਨੂੰ ਇਮਾਨਦਾਰ ਬੰਦੇ ਇੰਨੇ ਜ਼ਿਆਦਾ ਪਸੰਦ ਨੇ ਕਿ ਮੈਂ ਉਹਨਾਂ ਲਈ ਆਪਣੀ ਨੌਕਰੀ ਤਾਂ ਕੀ ਜਾਨ ਵੀ ਵਾਰ ਸਕਦਾ। ਸਰ, ਤੁਹਾਨੂੰ ਕੀ ਪਤਾ, ਸ਼ਾਇਦ ਮੈਂ ਦੁਨੀਆ 'ਚ ਸਭ ਤੋਂ ਵੱਡਾ ਬੇਈਮਾਨ ਹੋਵਾਂ। ਮੈਂ ਹਾਸੇ ਨਾਲ ਅਤੇ ਉਸ ਨੂੰ ਟੋਹਣ ਲਈ ਆਖਿਆ ਸੀ। ਉਹ ਬੋਲਿਆ, ਯਾਰ ਦਾਈਆਂ ਤੋਂ ਕਦੇ ਪੇਟ ਲੁਕੇ ਨੇ? ਮੈਂ ਤੈਨੂੰ ਦੱਸਿਆ ਸੀ ਕਿ ਸਾਡਾ ਮਹਿਕਮਾ ਜੇ ਆਈ 'ਤੇ ਆ ਜਾਵੇ ਤਾਂ ਉਹ ਪਤਾਲ ਵਿੱਚੋਂ ਕੀੜੀ ਵੀ ਲੱਭ ਲਿਆਉਂਦਾ। ਤੈਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਕਿ ਮੈਨੂੰ ਤੇਰੇ ਪਰਿਵਾਰ ਕੀ ਤੇਰੇ ਆਪਣੇ ਮਹਿਕਮੇ ਵਿਚਲੇ ਕਿਰਦਾਰ ਬਾਰੇ ਵੀ ਪੂਰੀ ਜਾਣਕਾਰੀ ਹੈ। ਜੇ ਤੇਰਾ ਇੱਕ ਵੀ ਨੰਬਰ ਕੱਟਿਆ ਜਾਂਦਾ ਤਾਂ ਆਪਾਂ ਇੰਝ ਇਕੱਠੇ ਬੈਠ ਕੇ ਦਾਰੂ ਨਹੀਂ ਸੀ ਪੀਣੀ। ਉਹ ਸਰੂਰ ਵਿੱਚ ਆਇਆ ਬੋਲਿਆ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਦਾਰੂ ਦੇ ਨਸ਼ੇ ਵਿੱਚ ਕਿਵੇਂ ਅਤੇ ਕਿਉਂ ਬੋਲ ਗਿਆ ਸਾਂ। ਫਿਰ ਕਿਸ ਨਾਲ ਪੀਣੀ ਸੀ? ਮੈਨੂੰ ਇੱਕ ਪਲ ਦੇ ਵਿੱਚ ਹੀ ਆਪਣੀ ਮੂੰਹੋਂ ਨਿਕਲੀ ਇਸ ਗੱਲ 'ਤੇ ਅਫਸੋਸ ਵੀ ਹੋਇਆ ਅਤੇ ਅਹਿਸਾਸ ਵੀ ਕਿ ਮੈਨੂੰ ਇਹ ਨਹੀਂ ਸੀ ਆਖਣਾ ਚਾਹੀਦਾ। ਸ਼ਾਇਦ ਉਹ ਮੇਰੇ ਹੱਥਾਂ ਵਿੱਚੋਂ ਵਾਰ-ਵਾਰ ਛੁੱਟ ਰਹੀ ਮੀਟ ਦੀ ਬੋਟੀ ਨੂੰ ਵੇਖ ਕੇ ਸਮਝ ਗਿਆ ਸੀ ਕਿ ਮੈਂ ਇਹ ਗੱਲ ਜਾਣ ਬੁੱਝ ਕੇ ਨਹੀਂ ਆਖੀ ਹੈ। ਇਸ ਲਈ ਉਹ ਸੰਭਲ ਕੇ ਬੋਲਿਆ, ਕਿਸੇ ਨਾਲ ਵੀ ਨਹੀਂ। ਮੈਂ ਕਿਸੇ ਐਰੇ ਗਹਿਰੇ ਨੱਥੂ ਖੈਰੇ ਨਾਲ ਨਹੀਂ ਪੀਂਦਾ। ਕਿਉਂ? ਮੈਂ ਪੁੱਛਿਆ। ਉਹ ਬੋਲਿਆ, ਕਿਉਂਕਿ ਤੂੰ ਕਾਮਰੇਡ ਦਾ ਮੁੰਡਾ ਹੈ। ਮੇਰੀ ਤਾਂ ਕੀ, ਸਾਡੇ ਵਿਭਾਗ ਦੀ ਰਿਪੋਰਟ ਮੁਤਾਬਕ ਵੀ ਪੱਕਾ ਇਮਾਨਦਾਰ ਬੰਦਾ ਹੈ। ਬੇਸ਼ੱਕ ਮੈਂ ਤਾਂ ਕੀ ਇੱਥੇ ਕੋਈ ਵੀ ਪੂਰਾ ਇਮਾਨਦਾਰ ਨਹੀਂ, ਪਰ ਜਿਸ ਬੰਦੇ ਨੂੰ ਸਾਡੇ ਵਿਭਾਗ ਦੀ ਹਰ ਰਿਪੋਰਟ ਸੱਚਾ ਸੁੱਚਾ ਆਖ ਰਹੀ ਹੋਵੇ, ਉਸ ਦਾ ਸਾਥ ਨਾ ਦੇ ਕੇ ਮੈਂ ਪਾਪਾਂ ਦਾ ਭਾਗੀਦਾਰ ਨਹੀਂ ਬਣ ਸਕਦਾ। ਇਸ ਲਈ ਮੈਂ ਤੇਰੀ ਮਦਦ ਕੀਤੀ ਆ ਪਿਆਰੇ, ਨਹੀਂ ਤਾਂ ਇੱਥੇ ਹਜ਼ਾਰਾਂ ਲੋਕ ਤੁਰੇ ਫਿਰਦੇ ਨੇ ਥਾਣਿਆਂ 'ਤੇ ਸਾਡੇ ਦਫ਼ਤਰ ਵਿੱਚ ਧੱਕੇ ਖਾਂਦੇ ਹੋਏ। ਉਹ ਉਪਦੇਸ਼ ਦੇਣ ਵਾਂਗ ਛਿੜ ਪਿਆ ਸੀ, ਜਿਸ ਨੂੰ ਨਾ ਤਾਂ ਮੈਂ ਰੋਕ ਸਕਦਾ ਸਾਂ ਅਤੇ ਨਾ ਹੀ ਰੋਕਣਾ ਚਾਹੁੰਦਾ ਸੀ, ਕਿਉਂਕਿ ਉਹ ਮੇਰੀਆਂ ਸਿਫਤਾਂ ਦੇ ਪੁਲ ਬੰਨ੍ਹੀ ਜਾ ਰਿਹਾ ਸੀ। ਆਪਣੀ ਵਡਿਆਈ ਕਿਸੇ ਨੂੰ ਵੀ ਬੁਰੀ ਨਹੀਂ ਲੱਗਦੀ, ਅਤੇ ਜੇਕਰ ਇਹ ਵਡਿਆਈ ਕੁਝ ਘੁੱਟ ਅੰਦਰ ਗਈ ਤੋਂ ਹੋ ਜਾਵੇ
ਤਾਂ ਇਸ ਨੂੰ ਕੋਈ ਵੀ ਬੰਦ ਕਰਵਾਉਣਾ ਨਹੀਂ ਚਾਹੇਗਾ। ਆਪਣੀ ਅਤੇ ਆਪਣੇ ਪਰਿਵਾਰ ਦੀ ਇੰਨੀ ਪ੍ਰਸ਼ੰਸਾ ਸੁਣ ਕੇ ਮੇਰੇ ਪੀਤੇ ਗਏ 4 ਹਾੜਿਆਂ ਦਾ ਨਸ਼ਾ ਦੁੱਗਣਾ ਹੋ ਚੁੱਕਾ ਸੀ। ਕਿਸ਼ਤ 186ਵੀਂ। ਮੇਰਾ ਇੱਕ ਮਨ ਤਾਂ ਕਰ ਰਿਹਾ ਸੀ ਕਿ ਧੁੰਦ ਦੇ ਹੋਰ ਸੰਘਣੀ ਹੋਣ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਘਰ ਪੁੱਜਿਆ ਜਾਵੇ, ਪਰ ਆਪਣੀ ਪ੍ਰਸ਼ੰਸਾ ਸੁਣ ਰਿਹਾ ਮਨ ਅਜੇ ਵੀ ਉੱਥੇ ਹੀ ਬੈਠਾ ਰਹਿਣਾ ਚਾਹ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉੱਥੇ ਹੀ ਬੈਠਾ ਰਹਾਂ ਜਾਂ ਉੱਠ ਕੇ ਘਰ ਨੂੰ ਚਲਾ ਜਾਵਾਂ। ਅੰਤ ਮੈਂ ਮਨ ਵਿੱਚ ਇੱਕ ਤਰਕੀਬ ਸੋਚੀ। ਮੈਂ ਪਿਸ਼ਾਬ ਕਰਕੇ ਆਉਣ ਦਾ ਬਹਾਨਾ ਬਣਾਇਆ। ਜਦ ਮੈਂ ਉੱਠਿਆ ਤਾਂ ਮੇਰੇ ਪੈਰ ਲੜਖੜਾ ਰਹੇ ਸਨ। ਮੈਂ ਪਿਸ਼ਾਬ ਕੀਤਾ ਤੇ ਵਾਪਸ ਆ ਕੇ ਬੈਠਣ ਦਾ ਲਾਲਚ ਨਾ ਕੀਤਾ ਤੇ ਖੜੇ ਖੜੇ ਹੀ ਉਸ ਤੋਂ ਹੋਰ ਨਾ ਬੈਠ ਸਕਣ ਦੀ ਮਾਫ਼ੀ ਮੰਗ ਲਈ। ਮੇਰੇ ਉਖੜ ਰਹੇ ਪੈਰਾਂ ਤੋਂ ਉਹ ਵੀ ਮੇਰੀ ਹਾਲਤ ਸਮਝ ਚੁੱਕਾ ਸੀ ਤੇ ਉਸ ਨੇ ਮੈਨੂੰ ਹੋਰ ਬਿਠਾਉਣ ਦੀ ਜਿੱਦ ਨਾ ਕੀਤੀ। ਬਾਹਰਲੇ ਬੂਹੇ ਕੋਲ ਆਉਂਦਿਆਂ ਉਹ ਬੋਲਿਆ, ਅੱਜ ਮੇਰੇ ਨਾਲ ਇੱਕ ਵਾਅਦਾ ਕਰਕੇ ਜਾ। ਵਾਅਦਾ ਨਹੀਂ ਵੀਰ ਜੀ, ਤੁਸੀਂ ਹੁਕਮ ਕਰੋ। ਮੈਂ ਤੁਹਾਡਾ ਦੇਣ ਤਾਂ ਜ਼ਿੰਦਗੀ ਭਰ ਨਹੀਂ ਦੇ ਸਕਦਾ। ਮੇਰੀ ਜ਼ੁਬਾਨ ਤਾਂ ਬੇਸ਼ੱਕ ਥਥਲਾ ਰਹੀ ਸੀ, ਪਰ ਮੇਰਾ ਤਨ ਤੇ ਮਨ ਉਸ ਦਾ ਸਾਥ ਦੇਣ ਲਈ ਤਿਆਰ ਬਰ ਤਿਆਰ ਖੜਾ ਸੀ। ਉਹ ਬੋਲਿਆ, ਵਾਅਦਾ ਇਹ ਕਿ ਤੂੰ ਕੇਸ ਜਿੱਤਣ ਤੋਂ ਬਾਅਦ ਸਾਡੇ ਇਸ ਮਹਿਕਮੇ ਦੀ ਹਾਲਤ ਬਾਰੇ ਇੱਕ ਕਿਤਾਬ ਜ਼ਰੂਰ ਲਿਖ, ਜਿਹੜੀ ਇਸ ਮਹਿਕਮੇ ਦੇ ਅੰਦਰਲੇ ਪੂਰੇ ਕੋਹਜ ਨੂੰ ਉਜਾਗਰ ਕਰਦੀ ਹੋਵੇ। ਪੂਰੀ ਸੱਚਾਈ ਲਿਖਣੀ ਆ, ਜਿਹੜੀ ਮੈਂ ਵੇਖਦਾ ਤਾਂ ਹਰ ਰੋਜ਼ ਹਾਂ, ਪਰ ਮਜਬੂਰੀ ਵਸ ਲਿਖ ਨਹੀਂ ਸਕਦਾ, ਤੇ ਲਿਖਣਾ ਮੇਰੇ ਵਰਗੇ ਬੰਦੇ ਦੇ ਵੱਸ ਦਾ ਰੋਗ ਵੀ ਨਹੀਂ। ਉਸ ਨੇ ਮੇਰੇ ਵੱਲ ਸਿੱਧਾ ਝਾਕਦਿਆਂ ਤਰਲੇ ਜਿਹੇ ਨਾਲ ਆਖਿਆ ਸੀ। ਮੈਂ ਉਸ ਨੂੰ ਵਿਸ਼ਵਾਸ ਦਿਵਾਇਆ, ਮੈਂ ਕੇਸ ਜਿੱਤਾਂ ਜਾਂ ਹਾਰਾਂ, ਪਰ ਇਸ ਘਟਨਾਕ੍ਰਮ 'ਤੇ ਨਾਵਲ ਜ਼ਰੂਰ ਲਿਖਾਂਗਾ। ਵੀਰ ਜੀ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਮੈਂ ਪੂਰੇ ਵਿਸ਼ਵਾਸ ਨਾਲ ਆਖਦਿਆਂ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਉਹ ਬੜੇ ਹੀ ਪਿਆਰ ਨਾਲ ਬੋਲਿਆ, ਕੇਸ ਤਾਂ ਤੂੰ ਹੀ ਜਿੱਤਣਾ, ਲਿਖਾ ਲੈ ਮੇਰੇ ਤੋਂ, ਪਰ ਸਾਡੇ ਮਹਿਕਮੇ ਦੀਆਂ ਬੁਰਾਈਆਂ ਨੂੰ ਤੂੰ ਹੀ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ। ਇਹ ਕੰਮ ਮੈਂ ਨਹੀਂ ਕਰ ਸਕਦਾ, ਸਮਝ ਲੈ। ਇਸ ਲਈ ਮੈਂ ਤੇਰੀ ਮਦਦ ਕੀਤੀ ਹੈ। ਹੁਣ ਤੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੂੰ ਆਪਣੀ ਪੀੜ ਨੂੰ ਉਧਾਰ ਬਣਾ ਕੇ ਮੇਰੇ ਮਨ ਦੀ ਆਵਾਜ਼ ਲੋਕਾਂ ਤੱਕ ਪਹੁੰਚਾਵੇਂ। ਇੰਨਾ ਕਹਿੰਦਿਆਂ ਉਸ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ ਸੀ। ਮੇਰੀ ਭਾਵੇਂ ਜਾਨ ਚਲੀ ਜਾਵੇ ਜੀ, ਮੈਂ ਨਾ ਤਾਂ ਤੁਹਾਡਾ ਅਹਿਸਾਨ ਭੁਲਾ ਸਕਦਾ ਤੇ ਨਾ ਹੀ ਤੁਹਾਡਾ ਆਖਾ ਮੋੜ ਸਕਦਾ। ਸਮਝ ਲਓ ਕੰਮ ਹੋ ਗਿਆ। ਮੈਂ ਥਥਲਾਉਂਦਾ ਜਿਹਾ ਬੋਲਿਆ ਸਾਂ, ਪਰ ਮੇਰਾ ਅੰਦਰਲਾ ਮਨ ਉਸ ਦੇ ਇਸ ਹੁਕਮ ਦੀ 100% ਤਾਮੀਲ ਕਰਨ ਲਈ ਉਦੋਂ ਹੀ ਤਿਆਰ ਹੋ ਗਿਆ ਸੀ। ਚੰਗਾ, ਹੁਣ ਜੇ ਤੂੰ ਹੋਰ ਲਾਉਣੀਆਂ ਤਾਂ ਅੰਦਰ ਆ ਕੇ ਲਾ ਲੈ, ਨਹੀਂ ਤਾਂ ਘਰ ਪਹੁੰਚ। ਘਰ ਵਾਲੀ ਯਾਦ ਕਰਦੀ ਹੋਵੇਗੀ, ਪਰ ਕਮਿਸ਼ਨ ਅੱਗੇ ਆਪਣਾ ਕੇਸ ਜ਼ਰੂਰ ਪੇਸ਼ ਕਰਕੇ ਆਵੀਂ। ਇਹ ਵੀ ਮੇਰੀ ਗੱਲ ਯਾਦ ਰੱਖੀ। ਮੇਰਾ ਪਹਿਲਾਂ ਨਾ ਤੇ ਫਿਰ ਹਾਂ ਵਿੱਚ ਸਿਰ ਹਿਲਦਾ ਹੋਇਆ ਵੇਖ ਕੇ ਆਖਣ ਲੱਗਾ, ਘਰ ਪਹੁੰਚ ਕੇ ਫੋਨ ਜ਼ਰੂਰ ਕਰ ਦੇਵੀਂ। ਠੀਕ ਹੈ ਜੀ। ਇੰਨਾ ਆਖਦਿਆਂ ਮੈਂ ਮੋਟਰਸਾਈਕਲ ਸਟਾਰਟ ਕੀਤਾ ਤੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਕਿਸ਼ਤ 187ਵੀਂ। ਸਾਰੇ ਰਾਹ ਮੈਂ ਉਸ ਬੰਦੇ ਅਤੇ ਉਸ ਦੇ ਉੱਚ ਕਿਰਦਾਰ ਬਾਰੇ ਹੀ ਸੋਚਦਾ ਰਿਹਾ। ਹੈਰਾਨ ਵੀ ਹੋ ਰਿਹਾ ਸਾਂ ਕਿ ਇੰਨੇ ਗੰਦੇ ਅਤੇ ਘਟੀਆ ਵਿਭਾਗ ਵਿੱਚ ਇੱਕ ਐਸਾ ਬੰਦਾ ਵੀ ਬੈਠਾ ਹੈ ਜਿਹੜਾ ਕਿਸੇ ਤੋਂ ਮਜਬੂਰੀ ਵਸ ਪੀਤੀ ਹੋਈ 2 ਘੁੱਟ ਦਾਰੂ ਕਾਰਨ ਹੀ ਆਪਣੇ ਆਪ ਨੂੰ ਅਪਰਾਧੀ ਸਮਝੀ ਜਾ ਰਿਹਾ ਹੈ, ਤੇ ਦੂਜੇ ਪਾਸੇ ਇਹਨਾਂ ਦੇ ਵੱਡੇ ਤੋਂ ਵੱਡੇ ਅਧਿਕਾਰੀ ਹਨ ਜੋ ਇੱਕ ਨਾ ਫਸਣ ਵਾਲੀ ਮੁਰਗੀ ਨੂੰ ਭਜਾ ਭਜਾ ਕੇ ਮਾਰ ਰਹੇ ਹਨ। ਮੈਂ ਆਪ ਮੁਹਾਰੇ ਹੀ ਕੋਈ ਹਰਿਆ ਬੂਟ ਰਹੀ ਹੋਰੀ, ਕੋਈ ਹਰਿਆ ਬੂਟ ਰਹੀ ਹੋਰੀ ਉਚਾਰਦਾ ਆ ਰਿਹਾ ਸਾਂ। ਮੇਰਾ ਮੋਟਰਸਾਈਕਲ ਇੱਕ ਵੱਡੀ ਸਾਰੀ ਇਮਾਰਤ ਦੇ ਅੱਗੋਂ ਦੀ ਲੰਘ ਰਿਹਾ ਸੀ। ਧੁੰਦ ਕਾਰਨ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕਿਸ ਜਗ੍ਹਾ ਉੱਤੇ ਹਾਂ। ਬੱਲਬ ਦੇ ਮੱਧਮ ਜਿਹੇ ਚਾਨਣ ਵਿੱਚ ਜਦ ਮੈਨੂੰ ਥਾਣਾ ਸਿਟੀ ਦਾ ਬੋਰਡ ਨਜ਼ਰ ਆਇਆ ਤਾਂ ਮੈਂ ਮੋਟਰਸਾਈਕਲ ਰੋਕ ਲਿਆ। ਯਾਦਵਿੰਦਰ ਦੇ ਅੱਗੇ ਲੱਖ ਕਸਮਾਂ ਖਾਣ ਦੇ ਬਾਵਜੂਦ
ਮੇਰੇ ਮਨ ਅੰਦਰ ਵਸੇ ਹੋਏ ਤਾਰੇ ਚਿੱਬ ਕੱਢ ਨੇ ਅੰਗੜਾਈ ਭਰ ਲਈ ਸੀ। ਮੈਂ ਜਾਣ ਬੁੱਝ ਕੇ ਥਾਣੇ ਦੇ ਦਰਵਾਜ਼ੇ ਅੱਗੇ ਥੁੱਕਿਆ ਤਾਂ ਕਿ ਮੈਨੂੰ ਕੋਈ ਪੁੱਛਣ ਵਾਲਾ ਆ ਜਾਵੇ। ਮੈਂ ਉਸ ਇਮਾਰਤ ਨੂੰ ਹੀ ਉੱਚੀ ਉੱਚੀ ਮਾਂ ਭੈਣ ਦੀਆਂ 10-12 ਗਾਲਾਂ ਕੱਢ ਦਿੱਤੀਆਂ ਸਨ। ਅੰਦਰੋਂ ਕੋਈ ਵੀ ਬਾਹਰ ਨਾ ਆਇਆ। ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਪੁਲਿਸ ਵਾਲਿਆਂ ਨੇ CCTV ਕੈਮਰਿਆਂ ਰਾਹੀਂ ਮੈਨੂੰ ਤਾਰੇ ਚਿੱਬ ਕੱਢ ਵਾਂਗ ਪਹਿਚਾਣ ਲਿਆ ਹੈ ਤੇ ਇਸ ਲਈ ਹੀ ਉਹ ਮੇਰੇ ਨਾਲ ਪੰਗਾ ਲੈਣ ਲਈ ਬਾਹਰ ਨਹੀਂ ਆ ਰਹੇ ਹਨ। 10-15 ਮਿੰਟ ਉੱਥੇ ਖੜ੍ਹੇ ਰਹਿਣ ਤੋਂ ਬਾਅਦ ਮੈਂ ਮੋਟਰਸਾਈਕਲ ਤੋਰ ਲਿਆ ਤੇ ਘਰ ਪੁੱਜ ਗਿਆ। ਆਪਣੇ ਸੁਰੱਖਿਅਤ ਘਰ ਪੁੱਜਣ ਉਪਰੰਤ ਉਸ ਨੂੰ ਫੋਨ ਕਰਨ ਤੋਂ ਬਾਅਦ ਮੈਂ ਨੀਂਦ ਦੀ ਆਗੋਸ਼ ਵਿੱਚ ਚਲਾ ਗਿਆ ਸਾਂ। ਆਪਣੀ ਇਸ ਜਿੱਤ ਕਾਰਨ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦ ਮੈਨੂੰ ਨੀਂਦ ਨੇ ਘੇਰ ਲਿਆ ਸੀ। ਸੁਪਨੇ ਵਿੱਚ ਵੀ ਮੈਂ ਥਾਣੇ ਦੇ ਅੱਗੇ ਜਾ ਕੇ ਪੁਲਿਸ ਵਾਲਿਆਂ ਨੂੰ ਲਲਕਾਰੇ ਮਾਰਦਾ ਰਿਹਾ ਸਾਂ। ਅਗਲੀ ਸਵੇਰ ਮੈਂ ਜ਼ਰਾ ਕੁ ਆਰਾਮ ਨਾਲ ਉੱਠਿਆ। ਬੇਸ਼ੱਕ ਮੇਰੇ ਮਨ ਵਿੱਚ ਆਪਣੇ ਤਿਆਰ ਕੀਤੇ ਜਾ ਰਹੇ ਕੇਸ ਨੂੰ ਹਰ ਪੱਖ ਤੋਂ ਮੁਕੰਮਲ ਕਰਨ ਦੀ ਕਾਹਲ ਸੀ। ਮੈਂ ਆਪਣੇ ਚਚੇਰੇ ਭਰਾਵਾਂ ਅਮਰਿੰਦਰ ਤੇ ਗੁਰਪਿੰਦਰ ਨੂੰ ਘਰ ਸੱਦ ਲਿਆ। ਅਸੀਂ ਮੁਕੱਦਮੇ ਨਾਲ ਸੰਬੰਧਿਤ ਅਰਜ਼ੀ, ਫੋਟੋਆਂ ਤੇ CD ਨੂੰ ਬੜੇ ਹੀ ਧਿਆਨ ਨਾਲ ਤਿਆਰ ਕਰ ਲਿਆ। ਕਿਸ਼ਤ 188ਵੀਂ। ਅਸੀਂ ਲਿਖਤ ਵਿੱਚ ਪੇਸ਼ ਕਰਨ ਵਾਲੇ ਸਾਰੇ ਤੱਥਾਂ ਨੂੰ ਵੀ ਪੂਰੀ ਤਰ੍ਹਾਂ ਜਾਂਚ ਲਿਆ। ਸ਼ਾਮ ਤੱਕ ਜਦ ਸਾਡੀ ਪੂਰੀ ਤਸੱਲੀ ਹੋ ਗਈ ਕਿ ਹੁਣ ਸਾਡਾ ਕੰਮ ਪੂਰੀ ਤਰ੍ਹਾਂ ਤੇ ਠੀਕ ਢੰਗ ਨਾਲ ਮੁਕੰਮਲ ਹੋ ਚੁੱਕਾ ਹੈ ਤਾਂ ਅਸੀਂ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਇੱਕ ਬੈਗ ਵਿੱਚ ਪਾ ਕੇ ਸਾਂਭ ਦਿੱਤਾ ਅਤੇ ਚੰਡੀਗੜ੍ਹ ਜਾਣ ਦੀ ਤਿਆਰੀ ਵਿੱਚ ਰੁੱਝ ਗਏ। ਅਸੀਂ ਸਵੇਰ ਦੀ 4 ਵਜੇ ਵਾਲੀ ਪਹਿਲੀ ਬੱਸ ਵਿੱਚ ਸਵਾਰ ਹੋਣਾ ਸੀ। ਸਵੇਰੇ 3:45 ਵਜੇ ਨੂੰ ਅਸੀਂ ਬੱਸ ਅੱਡੇ ਵਿੱਚ ਪੁੱਜ ਗਏ। ਸਮਾਂ 4 ਤੋਂ ਕਾਫੀ ਉੱਪਰ ਹੋ ਚੁੱਕਾ ਸੀ। ਉੱਥੇ ਫਿਰਦੇ ਬੰਦਿਆਂ ਤੋਂ ਪਤਾ ਲੱਗਾ ਕਿ ਧੁੰਦ ਕਾਰਨ ਬੱਸਾਂ ਨੂੰ ਦੇਰੀ ਹੋ ਰਹੀ ਹੈ। ਸਾਨੂੰ ਕੁਝ ਫਿਕਰ ਹੋਣ ਲੱਗ ਪਿਆ। ਅੰਤ ਸਾਨੂੰ ਇੱਕ ਅਖਬਾਰਾਂ ਵਾਲੀ ਗੱਡੀ ਦਾ ਪਤਾ ਲੱਗਾ ਤੇ ਅਸੀਂ ਝੱਟ ਦੇਣੇ ਲੁਧਿਆਣੇ ਤੱਕ ਪੁੱਜਣ ਲਈ ਉਸ ਵਿੱਚ ਹੀ ਚੜ੍ਹ ਗਏ। ਧੁੰਦ ਵੀ ਇੰਨੀ ਸੀ ਕਿ ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆ ਰਿਹਾ, ਪਰ ਗੱਡੀ ਦਾ ਡਰਾਈਵਰ ਆਪਣੇ ਕੰਮ ਵਿੱਚ ਇੰਨਾ ਮਾਹਿਰ ਸੀ ਕਿ ਉਹ ਪੂਰੀ ਤੇਜ਼ ਗਤੀ ਨਾਲ ਗੱਡੀ ਨੂੰ ਭਜਾਈ ਜਾ ਰਿਹਾ ਸੀ। ਸਾਰੇ ਰਾਹ ਸਾਨੂੰ ਕਿਤੇ ਵੀ ਨਹੀਂ ਲੱਗਾ ਕਿ ਉਸ ਨੇ ਕਿਸੇ ਜਗ੍ਹਾ 'ਤੇ ਵੀ ਗੱਡੀ ਨੂੰ ਗਲਤ ਚਲਾਇਆ ਹੈ। ਲੁਧਿਆਣੇ ਤੋਂ ਚੰਡੀਗੜ੍ਹ ਵਾਲੀ ਸਿੱਧੀ ਬੱਸ ਮਿਲ ਗਈ। ਅਸੀਂ ਠੀਕ 9:30 ਵਜੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ਅੱਗੇ ਖੜ੍ਹੇ ਸਾਂ। ਪੌੜੀਆਂ ਚੜ੍ਹ ਕੇ ਅਸੀਂ ਇੱਕ ਚੌਕੀਦਾਰ ਤੋਂ ਸੰਬੰਧਿਤ ਕਮਰੇ ਬਾਰੇ ਪੁੱਛਿਆ ਅਤੇ ਸਿੱਧਾ ਉਸ ਵਿੱਚ ਚਲੇ ਗਏ। ਮੈਂ ਉੱਥੇ ਬੈਠੇ ਕਲਰਕ ਨੂੰ ਆਪਣੀ ਤਰੀਕ ਬਾਰੇ ਦੱਸਿਆ ਅਤੇ ਕਮਿਸ਼ਨ ਦੁਆਰਾ ਭੇਜੇ ਗਏ ਕਾਗਜ਼ ਉਸ ਨੂੰ ਫੜਾ ਦਿੱਤੇ। ਉਸ ਨੇ ਸਾਡੇ ਕੇਸ ਦਾ ਨੰਬਰ ਕੰਪਿਊਟਰ ਵਿੱਚ ਭਰਿਆ ਤੇ ਤੁਰੰਤ ਸਾਨੂੰ ਅਗਲੀ ਤਾਰੀਖ ਵੀ ਦੇ ਦਿੱਤੀ। ਮੈਂ ਤੇ ਅਮਰਿੰਦਰ ਇੱਕ ਦੂਜੇ ਦੇ ਮੂੰਹ ਵੱਲ ਬੜੀ ਹੀ ਹੈਰਾਨੀ ਨਾਲ ਝਾਕੇ। ਮੇਰੇ ਮਨ ਵਿੱਚ ਇੱਕ ਗੱਲ ਤੁਰੰਤ ਹੀ ਖਟਕੀ, ਲੈ ਇੱਥੇ ਵੀ ਤਰੀਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਹਿੰਮਤ ਜਿਹੀ ਇਕੱਠੀ ਕਰਕੇ ਉਸ ਕਲਰਕ ਨੂੰ ਕਿਹਾ, ਸਰ ਬੜੀ ਦੂਰੋਂ ਆਏ ਆ ਜੀ, ਅਸੀਂ ਤਾਂ ਆਪਣਾ ਸਾਰਾ ਕੇਸ ਤੇ ਸਬੂਤ ਲੈ ਕੇ ਆਏ ਸੀ। ਪਲੀਜ਼ ਜੇ ਅੱਜ ਸਾਡੇ ਵੱਡੇ ਸਾਹਿਬ ਨਾਲ ਗੱਲ ਕਰਵਾ ਦੇਵੋ ਤਾਂ ਕਿ ਸਾਡਾ ਹੋਰ ਕੋਈ ਗੇੜਾ ਨਾ ਲੱਗੇ। ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਤੇ ਸਾਰਾ ਮਾਮਲਾ ਸਮਝਾਉਣਾ ਚਾਹੁੰਦੇ ਹਾਂ। ਉਹ ਬੋਲਿਆ, ਗੱਲ ਇਹ ਆ ਕਿ ਤੁਹਾਡੇ ਕੇਸ ਵਾਲੇ ਜੱਜ ਸਾਹਿਬ ਅੱਜ ਛੁੱਟੀ 'ਤੇ ਨੇ। ਤੁਸੀਂ ਇੰਝ ਕਰੋ, ਇਹ ਫਾਈਲ ਮੈਨੂੰ ਜਮ੍ਹਾਂ ਕਰਵਾ ਦਿਓ। ਜੱਜ ਸਾਹਿਬ ਆਉਣਗੇ ਮੈਂ ਉਹਨਾਂ ਦੇ ਅੱਗੇ ਪੇਸ਼ ਕਰ ਦੇਵਾਂਗਾ। ਉਸ ਦੇ ਬੋਲਣ ਦਾ ਸਲੀਕਾ ਇੰਨਾ ਵਧੀਆ ਸੀ ਕਿ ਮੈਂ ਚਾਹ ਕੇ ਵੀ ਉਸ ਨੂੰ ਨਾ ਨਹੀਂ ਕਰ ਸਕਿਆ ਸਾਂ। ਮੈਂ ਹੱਥ ਵਿੱਚ ਫੜੀ ਫਾਈਲ ਤੇ CD ਉਸ ਦੇ ਹਵਾਲੇ ਕਰ ਦਿੱਤੀ। ਉਹ ਬੋਲਿਆ,
ਅੱਗੇ ਤੋਂ ਤੁਸੀਂ ਖੁਦ ਨਾ ਆਇਆ ਕਰੋ। ਜੇਕਰ ਤੁਸੀਂ ਕੋਈ ਹੋਰ ਦਸਤਾਵੇਜ਼ ਭੇਜਣੇ ਹੋਏ ਤਾਂ ਰਜਿਸਟਰੀ ਰਾਹੀਂ ਭੇਜ ਦਿਆ ਕਰੋ। ਉਸ ਨੇ ਇੰਨੇ ਪਿਆਰ ਨਾਲ ਆਖਿਆ ਜਿਵੇਂ ਉਸ ਨੂੰ ਇੰਨੀ ਠੰਡ ਵਿੱਚ ਸਾਡੇ ਉੱਥੇ ਜਾਣ ਅਤੇ ਬਿਰੰਗ ਵਾਪਸ ਮੁੜਨ ਦਾ ਅਫਸੋਸ ਹੋ ਰਿਹਾ ਸੀ। ਅਸੀਂ ਉਸ ਦਾ ਧੰਨਵਾਦ ਕਰਕੇ ਬਾਹਰ ਆ ਗਏ। ਕਿਸ਼ਤ 199ਵੀਂ। ਪੌੜੀਆਂ ਉਤਰਦੇ ਸਮੇਂ ਅਮਰਿੰਦਰ ਨੇ ਆਪਣੇ ਮਨ ਦੀ ਸ਼ੰਕਾ ਜ਼ਾਹਿਰ ਕੀਤੀ, ਯਾਰ ਇਹਦਾ ਕੀ ਪਤਾ ਆਪਣੀ ਫਾਈਲ ਪੇਸ਼ ਕਰੇਗਾ ਵੀ ਕਿ ਨਹੀਂ। ਆਪਾਂ ਸਾਰੇ ਸਬੂਤ ਬਿਨਾਂ ਕੋਈ ਰਸੀਦ ਪ੍ਰਾਪਤ ਕੀਤੇ ਹੀ ਇਸ ਨੂੰ ਫੜਾ ਦਿੱਤੇ ਨੇ। ਇੱਕ ਵਾਰ ਤਾਂ ਮੇਰੇ ਮਨ ਨੂੰ ਵੀ ਇਹ ਚਿੰਤਾ ਹੋ ਗਈ ਤੇ ਮੈਂ ਕੁਝ ਪਲ ਚੁੱਪ ਹੋ ਗਿਆ ਸਾਂ। ਫਿਰ ਮੈਂ ਆਪਣੀ ਸਮਝ ਤੇ ਸੋਚ ਮੁਤਾਬਕ ਉਸ ਨੂੰ ਜਵਾਬ ਦਿੱਤਾ, ਨਹੀਂ ਯਾਰ, ਇਹਨਾਂ ਨੂੰ ਕੀ ਮਿਲਣਾ ਆਪਣੀ ਫਾਈਲ ਦੱਬ ਕੇ। ਨਾਲੇ ਜੇ ਇਹ ਇੰਝ ਹੀ ਕਰਨ ਲੱਗ ਪਏ ਤਾਂ ਇਹਨਾਂ 'ਤੇ ਯਕੀਨ ਕੌਣ ਕਰੇਗਾ। ਇਹਨਾਂ ਦੀਆਂ ਨੌਕਰੀਆਂ ਵੀ ਤਾਂ ਹੀ ਸਲਾਮਤ ਨੇ ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ। ਇਹ ਤਾਂ ਚਾਹੁੰਦੇ ਹੋਣਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਮਾਮਲੇ ਉਪਜਦੇ ਰਹਿਣ, ਲੋਕ ਸਾਡੇ ਕੋਲ ਆਉਣ ਤੇ ਇਹਨਾਂ ਦੀਆਂ ਨੌਕਰੀਆਂ ਬਚੀਆਂ ਰਹਿਣ। ਅਮਰਿੰਦਰ ਨੇ ਕੁਝ ਸੋਚ ਕੇ ਆਖਿਆ, ਚਲੋ ਇੱਕ ਗੱਲ ਤਾਂ ਠੀਕ ਹੋ ਗਈ ਕਿ ਆਪਾਂ ਆਪਣੇ ਦਸਤਾਵੇਜ਼ਾਂ ਵਾਲੀ ਸੂਚੀ ਵਿੱਚ ਸਭ ਕੁਝ ਦਰਜ ਕੀਤਾ ਹੋਇਆ। ਕਲਰਕ ਜਦ ਵੀ ਇਹ ਫਾਈਲ ਜੱਜ ਅੱਗੇ ਪੇਸ਼ ਕਰੇਗਾ ਤਾਂ ਉਹ ਸੂਚੀ ਅਨੁਸਾਰ ਉਹਨਾਂ ਦਸਤਾਵੇਜ਼ਾਂ ਦੀ ਮੰਗ ਕਰੇਗਾ। ਉਸ ਦੀ ਇਸ ਗੱਲ ਨਾਲ ਮੈਨੂੰ ਹੌਸਲਾ ਹੋ ਗਿਆ। ਇੱਕ ਚਾਹ ਵਾਲੀ ਦੁਕਾਨ 'ਤੇ ਬੈਠ ਕੇ ਅਸੀਂ ਘਰੋਂ ਲਿਆਂਦੇ ਪਰੌਂਠੇ ਖਾਧੇ ਅਤੇ ਘਰ ਵੱਲ ਨੂੰ ਵਾਪਸੀ ਕਰ ਦਿੱਤੀ। ਆਪਣੇ ਘਰਦਿਆਂ ਨੂੰ ਹੌਸਲਾ ਦੇਣ ਲਈ ਮੈਂ ਫੋਨ 'ਤੇ ਬੜੇ ਹੀ ਝੂਠ ਮਾਰੇ, ਬਈ ਕਮਿਸ਼ਨ ਵਾਲੇ ਸਾਡੇ ਨਾਲ ਬੜੇ ਹੀ ਵਧੀਆ ਢੰਗ ਨਾਲ ਪੇਸ਼ ਆਏ। ਜਦ ਉਹਨਾਂ ਨੇ ਸਾਡੇ ਪੇਸ਼ ਕੀਤੇ ਹੋਏ ਸਬੂਤ ਵੇਖੇ ਤਾਂ ਉਹਨਾਂ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ, ਤੱਕਲੇ ਵਾਂਗ ਸਿੱਧੇ ਕਰਕੇ ਵਿਖਾਵਾਂਗੇ ਇਹੋ ਜਿਹੇ ਪੁਲਸੀਆਂ ਨੂੰ। ਬੇਫਿਕਰ ਹੋ ਜਾਓ, ਇਹ ਤਾਂ ਅੱਖ ਵਿੱਚ ਪਾਏ ਨਹੀਂ ਰੜਕਣੇ, ਵੇਖੀ ਜਾਇਓ ਇਹਨਾਂ ਦੀ ਕੀ ਹਾਲਤ ਹੁੰਦੀ ਆ। ਮੈਂ ਨਹੀਂ ਚਾਹੁੰਦਾ ਸਾਂ ਕਿ ਮੇਰੇ ਘਰ ਦੇ ਮੇਰੇ ਕੇਸ ਪ੍ਰਤੀ ਹੋਰ ਚਿੰਤਤ ਹੋਣ। ਮੈਂ ਉਹਨਾਂ ਦੀ ਆਸ ਦੀ ਕਿਰਨ ਜਗਾਈ ਰੱਖਣਾ ਚਾਹੁੰਦਾ ਸਾਂ, ਕਿਉਂਕਿ ਮੈਂ ਇੱਕ ਕਿਤਾਬ ਵਿੱਚ ਨਿਹੰਗ ਸਿੰਘਾਂ ਦੇ ਕਿਰਦਾਰ ਅਤੇ ਉਹਨਾਂ ਦੀ ਯੁੱਧ ਕਲਾ ਬਾਰੇ ਪੜ੍ਹ ਚੁੱਕਾ ਸਾਂ ਕਿ ਉਹ ਮਾੜੀਆਂ ਤੇ ਵਿਰੋਧੀ ਹਾਲਤਾਂ ਵਿੱਚ ਵੀ ਢਿੱਲੀ ਗੱਲ ਨਹੀਂ ਕਰਦੇ ਸਨ। ਉਹ ਆਪਣੀ ਫੌਜ ਨੂੰ ਹੌਸਲਾ ਦੇਣ ਲਈ ਵਿਰੋਧੀ ਧਿਰ ਨੂੰ ਕੀੜੇ ਮਕੌੜੇ ਅਤੇ ਆਪਣੀ ਥੋੜ੍ਹੀ ਜਿਹੀ ਤਾਕਤ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਦਿੰਦੇ ਸਨ। ਬਹੁਤੀਆਂ ਲੜਾਈਆਂ ਤਾਂ ਉਹਨਾਂ ਨੇ ਆਪਣੇ ਹੌਸਲੇ ਅਤੇ ਸਿਦਕ ਦੇ ਸਿਰ 'ਤੇ ਹੀ ਜਿੱਤੀਆਂ। ਇਸ ਲਈ ਮੈਂ ਅਮਰਿੰਦਰ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਘਰ ਜਾ ਕੇ ਕੋਈ ਵੀ ਅਜਿਹੀ ਢਿੱਲੀ ਗੱਲ ਨਹੀਂ ਕਰਨੀ ਜਿਸ ਨਾਲ ਇਹ ਲੱਗੇ ਕਿ ਆਪਣਾ ਕੇਸ ਤਾਂ ਕਿਸੇ ਨੇ ਸੁਣਿਆ ਵੀ ਨਹੀਂ ਹੈ। ਕਿਸ਼ਤ 190ਵੀਂ। ਮੇਰੇ ਲੱਖ ਚਾਹੁਣ ਤੇ ਟਾਲਣ ਦੇ ਬਾਵਜੂਦ ਮੇਰਾ ਚੰਡੀਗੜ੍ਹ ਦਾ ਗੇੜਾ ਲੱਗ ਚੁੱਕਾ ਸੀ। ਮੈਂ ਆਪਣੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਜਦ ਮੇਰੀ ਇੰਨੀ ਜ਼ਿਆਦਾ ਭਕਾਈ ਹੋ ਚੁੱਕੀ ਹੈ ਤਾਂ ਹੁਣ 181 ਨੰਬਰ 'ਤੇ ਫੋਨ ਕਰਕੇ ਲੱਗਦੇ ਹੱਥ ਦੂਜੀ ਧਿਰ ਨੂੰ ਵੀ ਸਬਕ ਸਿਖਾ ਹੀ ਦੇਣਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਰਿਹਾ ਸਾਂ ਕਿ ਫਿਰ ਮਨ ਵਿੱਚ ਆਉਣ ਲੱਗ ਪਿਆ ਕਿ ਚਲੋ ਆਪਣੀ ਤਾਂ ਜਿਹੜੀ ਭੱਜ ਨੱਠ ਤੇ ਕੁੱਤੇ ਭਕਾਈ ਹੋਣੀ ਸੀ ਉਹ ਤਾਂ ਹੁਣ ਹੋ ਹੀ ਗਈ ਹੈ, ਪਰ ਤੈਨੂੰ ਉਹਨਾਂ ਦੀ ਨੌਕਰੀ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਮੈਂ ਕਿਸ ਤਰ੍ਹਾਂ ਸੋਚ ਰਿਹਾ ਸਾਂ, ਚਾਹ ਕੇ ਵੀ ਮੈਂ ਆਪਣੇ ਅੰਦਰੋਂ ਇਨਸਾਨੀਅਤ ਨੂੰ ਮਾਰ ਨਹੀਂ ਸਾਂ ਸਕਿਆ। ਅਦਾਲਤ ਅਤੇ ADC ਦੀਆਂ ਤਰੀਕਾਂ ਅਜੇ ਵੀ ਪਈ ਜਾ ਰਹੀਆਂ ਸਨ। ਹਰ ਵਾਰ ਮੈਂ ਤੇ ਮੇਰਾ ਵਕੀਲ ਇਕੱਲੇ ਜੱਜ ਸਾਹਮਣੇ ਪੇਸ਼ ਹੁੰਦੇ ਸਾਂ ਤੇ ਦੂਜੀ ਧਿਰ ਦਾ ਮੁਨਸ਼ੀ ਹੀ ਆ ਕੇ ਅਗਲੀ ਤਾਰੀਖ ਦੀ ਬੇਨਤੀ ਕਰ ਦਿੰਦਾ ਸੀ। ਜੱਜ ਅਗਲੀ ਤਾਰੀਖ ਪਾ ਦਿੰਦੀ ਸੀ। ਦੂਜੇ ਪਾਸੇ ADC ਦਾ ਰੀਡਰ ਵੀ ਕੋਈ ਨਾ ਕੋਈ ਬਹਾਨਾ ਘੜ ਕੇ ਬੜੇ ਪਿਆਰ ਨਾਲ
ਪਹਿਲਾਂ ਵਾਂਗ ਹੀ ਮਿੱਠੀ ਗੋਲੀ ਦੇ ਕੇ ਮੈਨੂੰ ਤੋਰ ਦਿੰਦਾ। ਬਸ ਅਗਲੀ ਤਰੀਕ ਤੇ ਤੇਰੇ ਵਾਲਾ ਕੰਡਾ ਕੱਢ ਹੀ ਦੇਣਾ। ਰੀਡਰ ਨੂੰ ਪਾਈਆਂ ਗਈਆਂ ਸਿਫਾਰਸ਼ਾਂ ਨਾਲ ਵੀ ਮਸਲਾ ਹੱਲ ਨਹੀਂ ਸੀ ਹੋ ਰਿਹਾ। ਉਹ ਮੇਰੇ ਹਰ ਸਿਫਾਰਸ਼ੀਏ ਨੂੰ ਹਾਂਜੀ ਹੂੰਜੀ ਆਖ ਕੇ ਟਾਲ ਦਿੰਦਾ ਸੀ। ਉਹ ਆਖਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਵਾਲੀ ਕਹਾਵਤ ਨੂੰ ਸੱਚ ਕਰ ਰਿਹਾ ਸੀ। ਫਿਰ ਸਾਨੂੰ ਇਹ ਵੀ ਲੱਗਣ ਲੱਗਦਾ ਕਿ ਇਸ ਨੂੰ ਜ਼ਰੂਰ ਹੀ ਪੁਲਿਸ ਵਾਲਿਆਂ ਨੇ ਡਰਾਇਆ ਹੋਣਾ ਹੈ। ਇਹ ਤਾਂ ਨਿੱਤ ਦੇ ਚੋਰ ਹੁੰਦੇ ਨੇ, ਇਹਨਾਂ ਨੇ ਆਪਣੇ ਰਾਖੇ ਕੁੱਤਿਆਂ ਨਾਲ ਵਿਗਾੜ ਕੇ ਕੀ ਲੈਣਾ ਹੈ। ਮੌਸਮ ਵਿੱਚ ਪਹਿਲਾਂ ਵਾਲੀ ਠੰਡਕ ਖਤਮ ਹੁੰਦੀ ਜਾ ਰਹੀ ਸੀ ਤੇ ਗਰਮੀ ਨੇ ਕੁਦਰਤ ਦੇ ਦੁਆਰ ਤੇ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਮੈਂ ਇੱਕ ਹੌਸਲੇ ਵਿੱਚ ਤਾਂ ਸਾਂ ਕਿ ਜੇ ਦੂਜੀ ਧਿਰ ਕੋਲ ਮੇਰੇ ਵਿਰੁੱਧ ਹੋਰ ਕੁਝ ਕਰਨ ਨੂੰ ਹੁੰਦਾ ਤਾਂ ਉਹਨਾਂ ਨੇ ਹੁਣ ਤੱਕ ਉਹ ਸਭ ਕੁਝ ਕਰ ਦੇਣਾ ਸੀ। ਸ਼ਾਇਦ ਹੁਣ ਉਹਨਾਂ ਦੀ ਹਥਿਆਰ ਸੁੱਟਣ ਦੀ ਨੌਬਤ ਆ ਚੁੱਕੀ ਸੀ। ਦੂਜੀ ਧਿਰ ਆਪਣੇ ਗਵਾਹ ਅਤੇ ਸਬੂਤ ਪੇਸ਼ ਕਰਨ ਵਾਲੀਆਂ ਸਾਰੀਆਂ ਬਣਦੀਆਂ ਤਰੀਕਾਂ ਲੈ ਚੁੱਕੀ ਸੀ। ਮੈਨੂੰ ਉਮੀਦ ਸੀ ਕਿ ਅਗਲੀ ਤਾਰੀਖ ਤੇ ਮੇਰੇ ਕੇਸ ਵਿੱਚ ਕੋਈ ਨਾ ਕੋਈ ਫੈਸਲਾਕੁਨ ਮੋੜ ਜ਼ਰੂਰ ਆਵੇਗਾ।